ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਦਾਧਾਰੀ ਬਾਬਾ ਜੀ ਦਾ। ਇੱਕ ਪਿੰਡ ਵਿੱਚ ਇੱਕ ਲੜਕੇ ਦਾ ਜਨਮ ਹੋਇਆ। ਉਸ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਕਿਉਂਕਿ ਉਹਨਾਂ ਦੇ ਪਹਿਲਾਂ ਲੜਕੀਆਂ ਸੀਗੀਆਂ, ਫੈਮਿਲੀ ਵਿੱਚ ਲੜਕੇ ਪੈਦਾ ਨਹੀਂ ਸੀ ਹੁੰਦੇ। ਇੱਕ ਪੁੱਤਰ ਪੈਦਾ ਹੋਇਆ। ਉਹਦੇ ਪੈਦਾ ਹੋਣ 'ਤੇ ਬੜੀ ਖੁਸ਼ੀ ਮਨਾਈ। ਸਮਾਂ ਪਿਆ, ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਤੇ ਪਰਿਵਾਰ ਨੂੰ ਥੋੜ੍ਹਾ ਪਤਾ ਹੁੰਦਾ ਕਿ ਇਹ ਵੱਡਾ ਹੋ ਕੇ ਤੁਰੂਗਾ ਜਾਂ ਇਹ ਪ੍ਰੋਪਰ ਇਹਨੂੰ ਦਿਸਦਾ ਵੀ ਹੋਊਗਾ ਜਾਂ ਸੁਣਦਾ ਵੀ ਹੋਊਗਾ ਨਾ। ਤੇ ਇੱਦਾਂ ਹੀ ਜਿੱਦਾਂ ਉਹ ਵੱਡਾ ਹੋਇਆ ਤੇ ਉਹ ਤੁਰਦਾ ਨਹੀਂ ਸੀਗਾ। ਥੋੜ੍ਹਾ ਜਿਹਾ ਤਾਂ ਖੜਾ ਹੋਣਾ ਤਾਂ ਉਹਨੇ ਡਿੱਗ ਪੈਣਾ, ਥੋੜ੍ਹਾ ਜਿਹਾ ਖੜਾ ਹੋਣਾ ਤੇ ਡਿੱਗ ਪੈਣਾ। ਸਮਾਂ ਪਿਆ ਤੇ ਉਹ ਡਾਕਟਰੀ ਚੱਕਰ 'ਚ ਫਸ ਗਿਆ। ਜਿਸ ਵੀ ਡਾਕਟਰ ਕੋਲ ਜਾਣਾ ਤੇ ਉਹਨਾਂ ਨੇ ਕਹਿਣਾ ਇਹਦੇ ਗੋਡੇ ਵਿੰਗੇ ਆ, ਕਿਉਂਕਿ ਉਹਦੇ ਗੋਡੇ ਨਾਲ ਜੁੜਦੇ ਸੀ ਤੇ ਲੱਤਾਂ ਦੇ ਵਿੱਚ ਗੈਪ ਬਹੁਤ ਸੀ। ਪੈਰਾਂ 'ਚ 1 ਫੁੱਟ ਦਾ ਗੈਪ ਹੋਣਾ। ਛੋਟਾ ਜਿਹਾ ਬੱਚਾ ਆ ਤੇ ਹੁਣ ਬੈਲੈਂਸ ਕੁਦਰਤ ਨੇ ਬਣਾਇਆ ਥੋੜ੍ਹਾ ਥੋੜ੍ਹਾ ਨਾ, ਉਹਦੇ ਗੋਡੇ ਜੁੜ ਜਾਂਦੇ ਸੀ। ਤਾਂ ਡਾਕਟਰ ਕਹਿੰਦੇ ਕਿ ਇਹਦੇ ਗੋਡੇ ਜਿਹੜੇ ਆ ਪੱਟ ਕੇ ਦੁਬਾਰਾ ਆਪਰੇਸ਼ਨ ਕਰਕੇ ਠੀਕ ਕਰਨੇ ਆ ਤੇ ਫੌੜੀਆਂ ਨਾਲ ਤੁਰੂਗਾ ਤੇ ਬੂਟ ਲੱਗੂਗੇ ਇਹਦੇ, ਕਿ ਜਦੋਂ ਇਹ 13-14 ਸਾਲਾਂ ਦਾ ਹੋ ਜਾਊਗਾ ਆਟੋਮੈਟਿਕ ਕਹਿੰਦੇ ਇਹਦੀਆਂ ਲੱਤਾਂ ਸਿੱਧੀਆਂ ਹੋ ਜਾਣੀਆਂ। ਤੇ ਉਸ ਪਰਿਵਾਰ ਵਿੱਚ ਹੁਣ ਬੱਚਾ ਮੁੰਡਾ ਪੈਦਾ ਹੋਇਆ ਬੜੇ ਵਰਸ਼ਾਂ ਬਾਅਦ। ਉਸ ਪਰਿਵਾਰ 'ਚ ਜਿਹੜੀ ਖੁਸ਼ੀ ਸੀ ਉਹ ਦੁੱਖ ਵਿੱਚ ਬਦਲ ਗਈ। ਉਹ ਸਾਰਾ ਪਰਿਵਾਰ ਦੁਖੀ, ਕਦੀ ਕਿਤੇ ਕੋ ਜਾਂਦੇ ਕਦੀ ਕਿਸੇ ਕੋ ਜਾਂਦੇ ਆ। ਸਾਰੇ ਜਾਣਿਆਂ ਨੇ ਉਹਨਾਂ ਨੂੰ ਪਰੇਸ਼ਾਨ ਕਰਤਾ, ਕਦੀ ਸਾਧੂਆਂ ਕੋ ਤਾਂ ਕਦੀ ਡਾਕਟਰਾਂ ਕੋ। ਹੌਲੀ ਹੌਲੀ ਪੈਸੇ ਵੀ ਫਿਨਿਸ਼ ਹੋਣੇ ਸ਼ੁਰੂ ਹੋ ਜਾਂਦੇ। ਤੇ ਸਮਾਂ ਪੈਂਦਾ ਤਾਂ ਇੱਕ ਸੰਤ ਹੁੰਦੇ ਆ ਪਹੁੰਚੋ ਫਕੀਰ ਰੱਬ ਦੇ, ਉਹਨਾਂ ਨੇ ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਕੀਤੇ ਹੁੰਦੇ ਆ। ਤੇ ਬਾਬਾ ਬਾਲਕ ਨਾਥ ਜੀ ਦੇ ਉਹ ਦਰਬਾਰ 'ਤੇ ਆ ਜਾਂਦਾ ਬੱਚਾ, ਤੇ ਉਹਦੀ ਮਾਂ ਤੇ ਉਹਦਾ ਪੁੱਤਰ ਉਹਨੂੰ ਇੱਦਾਂ ਚੁੱਕ ਕੇ ਲੈ ਕੇ ਆਉਂਦੀ ਹੈ ਕਿ ਉਹ ਕਹਿੰਦੀ ਬਾਬਾ ਜੀ ਮੇਰਾ ਬੇਟਾ ਜਿਹੜਾ ਤੁਰਦਾ ਨਹੀਂ, ਕਿਹਦੀ ਹੈਲਪ ਕਰੋ। ਤੇ ਉਹ ਸੰਤ ਕਹਿੰਦੇ ਆ ਕਿ ਤੂੰ ਬਾਬਾ ਜੀ ਦੀ ਭਗਤੀ ਕਰ। ਉਸ ਲੜਕੀ ਨੂੰ ਕਹਿੰਦੇ ਆ ਕਿ ਪਹਿਲਾ ਪੁੱਤਰ ਆ ਨਾ ਉਹਦੇ, ਉਹ ਕਹਿੰਦੇ ਤੁਸੀਂ ਬਾਬਾ ਬਾਲਕ ਨਾਥ ਜੀ ਦੀ ਭਗਤੀ ਕਰੋ ਤੇ ਠੀਕ ਹੋ ਜਾਊਗਾ, ਉਦਾਸ ਨਾ ਹੋਵੋ। ਸਮਾਂ ਪਿਆ, ਉਸ ਲੜਕੀ ਨੇ ਬਹੁਤ ਸੇਵਾ ਕੀਤੀ। ਕਦੀ ਦਰਬਾਰ 'ਤੇ ਕੱਪੜੇ ਧੋਣੇ, ਕਦੀ ਭਾਂਡੇ ਧੋ, ਬਹੁਤ ਕੁਛ। ਪਰ ਪੈਸਾ ਨਹੀਂ ਕੋਈ ਲੱਗਿਆ ਜਦੋਂ ਬਾਬਾ ਬਾਲਕ ਨਾਥ ਦਰਬਾਰ 'ਤੇ ਆ ਗਏ। ਤੇ ਸਮਾਂ ਪੈਂਦਾ, ਹੁਣ ਉਹ ਸਲੇਰਨ ਧਾਮ ਪਹੁੰਚ ਚੁੱਕੇ ਜਿੱਦਾਂ। ਤੇ ਸਾਨੂੰ ਬਾਬਾ ਜੀ ਨੇ ਫਿਰ ਇੱਦਾਂ ਸਮਾਂ ਪਿਆ ਤੇ ਦਿਖਾਇਆ। ਇੱਕ ਦਿਨ ਸੁੱਤੇ ਪਿਆ ਨੂੰ ਬਾਬਾ ਜੀ ਕਹਿੰਦੇ ਕਿ ਜਿਹੜਾ ਉਹ ਬੇਟਾ ਆ ਉਹ ਮਹਾਦੇਵ ਦਾ ਭਗਤ ਰਿਹਾ ਇੱਕ ਜਨਮ ਵਿੱਚ। ਭਗਤੀ ਰੰਗ ਲਿਆਉਂਦੀ, ਜਦੋਂ ਤੁਹਾਡੀ ਭਗਤੀ ਸੱਚੀ ਕੀਤੀ ਹੋਈ ਹੋਵੇ ਨਾ, ਦੁੱਖ ਵੀ ਆਉਂਦਾ ਹੈ ਤਾਂ ਭਗਤੀ ਤੁਹਾਨੂੰ ਦੁੱਖ ਦੂਰ ਵੀ ਕਰਦੀ ਹੈ। ਤੇ ਬਾਬਾ ਬਾਲਕ ਨਾਥ ਜੀ ਦੱਸਦੇ ਆ ਕਿ ਇਹ ਭੋਲੇਨਾਥ ਦਾ ਭਗਤ ਆ। ਇਹਨੇ ਅਮਰਨਾਥ ਵਿੱਚ ਬੈਠ ਕੇ ਦੁਨੀਆ ਨੂੰ ਪ੍ਰਸ਼ਾਦ ਵੰਡਿਆ। ਅਮਰਨਾਥ ਵਿੱਚ ਉਹ ਪੁਜਾਰੀ ਰਿਹਾ ਸੀਗਾ ਤੇ ਉਹਦੇ ਨਾਲ ਇੱਕ ਹੋਰ ਬੇਟਾ ਹੁੰਦਾ। ਬਾਬਾ ਜੀ ਕਹਿੰਦੇ ਇਹਨਾਂ ਦੋਨਾਂ ਹੀ ਭਗਤਾਂ ਨੇ ਅਮਰਨਾਥ ਵਿੱਚ ਬੈਠ ਕੇ ਸਾਡੇ ਜਿਹੜਾ ਗੁਰੂਆਂ ਦੀ ਸੇਵਾ ਕੀਤੀ ਹੋਈ ਆ। ਹੁਣ ਬਾਬਾ ਬਾਲਕ ਨਾਥ ਗੁਰੂ ਕੌਣ? ਮਹਾਦੇਵ। ਤੇ ਉਹ ਕਹਿਣ ਲੱਗੇ ਕਿ ਇਹਨੂੰ, ਕਿਸ ਬੱਚੇ ਨੂੰ ਬਾਬਾ ਜੀ ਨੇ ਦੱਸਿਆ ਕਿ ਇੱਕ ਦਿਨ ਇੱਕ ਰਾਤ ਹੋ ਗਈ, ਸੰਧਿਆ ਦਾ ਵੇਲਾ ਹੋਵੇ। ਬਾਬਾ ਜੀ ਕਹਿੰਦੇ ਜਦੋਂ ਇਹਦਾ ਸੂਰਜ ਛਿਪ ਗਿਆ ਹੋਵੇ, ਸੂਰਜ ਛਿਪਿਆ ਹੋਵੇ ਤਾਂ ਮਹਾਦੇਵ ਦਾ ਕੋਈ ਮੰਦਿਰ ਹੋਵੇ। ਉਸ ਮੰਦਿਰ ਦੇ ਵਿੱਚ ਇੱਕ ਖੂਹ ਹੋਣਾ ਚਾਹੀਦਾ ਤੇ ਖੂਹ ਦੇ ਨੇੜੇ ਸ਼ਮਸ਼ਾਨ ਘਾਟ ਵੀ ਹੋਣਾ ਜ਼ਰੂਰੀ ਹੈ। ਭੋਲੇਨਾਥ ਕਹਿੰਦੇ ਨਹੀਂ ਤਾਂ ਇਹਦੀ ਉਮਰ 'ਚ ਵਾਧਾ ਨਹੀਂ ਹੋਣਾ। ਬਾਬਾ ਜੀ ਕਹਿਣ ਲੱਗੇ ਕਿ ਉਸ ਮੰਦਿਰ ਦੇ ਨੇੜੇ ਸ਼ਮਸ਼ਾਨ ਘਾਟ ਹੋਵੇ, ਖੂਹ ਹੋਵੇ ਤਾਂ ਭੋਲੇਨਾਥ ਦਾ ਮੰਦਿਰ ਹੋਵੇ। ਤਾਂ ਉਸ ਮੰਦਿਰ ਦੇ ਵਿੱਚ ਬ੍ਰਿਕਸ਼ ਬਹੁਤ ਵੱਡੇ ਵੱਡੇ ਹੋਣ, ਪ੍ਰਾਚੀਨ ਮੰਦਿਰ ਹੋਵੇ। ਤਾਂ ਕਹਿੰਦੇ ਇਹਦੀ ਮੰਮੀ ਨੂੰ ਕਹਿਣਾ ਕਿ ਤੁਸੀਂ ਕੋਈ ਦਿਨ ਮੁਕਰਰ ਕਰ ਦਿੱਤਾ ਨਾ, ਭਗਵਾਨ ਨੇ ਕੋਈ ਦਿਨ ਰੱਖਿਆ ਕਿ ਇਹਦੀ ਮਾਤਾ ਨੂੰ ਕਹਿ ਦਈਓ ਉਸ ਦਿਨ ਇਹ ਸ਼ਾਮ ਵੇਲੇ ਉਸ ਭੋਲੇਨਾਥ ਦੇ ਮੰਦਿਰ ਜਾ ਕੇ ਮੱਥਾ ਟੇਕੇ। ਤਾਂ ਬਾਬਾ ਜੀ ਨੇ ਸਾਨੂੰ ਕੀ ਆਰਡਰ ਕੀਤੇ, ਕਹਿੰਦੇ ਤੁਸੀਂ ਉਸ ਦਿਨ ਜਾਣਾ ਉੱਥੇ, ਪਰ ਸੰਤ ਰੂਪ ਵਿੱਚ ਜਾਣਾ ਹੈ, ਸਾਧੂ ਰੂਪ ਧਾਰਨ ਕਰਕੇ ਜਾਣਾ। ਜਦੋਂ ਆਪਾਂ ਕਹਿੰਦੇ ਕੋਈ ਸਾਧੂ ਨਹੀਂ ਹੈਗੇ ਆਪਾਂ ਨਾ, ਪਰ ਭਗਵਾਨ ਕਹਿੰਦੇ ਉਸ ਦਿਨ ਸਾਧੂ ਦਾ ਰੂਪ ਧਾਰਨ ਕਰਨਾ। ਤਾਂ ਉਹ ਜਾ ਕੇ ਉਸ ਬੱਚੇ ਨੂੰ ਠੀਕ ਕਰੋ।
ठीक है, भी हुण असीं भी चल गए जो हुक्म आया सी बाबा जी का। बगैर हुक्म तो आपां अपने घर भी नहीं जाते। कई कई वर्ष बीत जाते हैं, ना टैलीविजन देखिया, ना कोई बैड देखिया, सारा कुछ त्याग दिता। हुण हुक्म किहदा? बाबा बालक नाथ जी का। ध्यान नाल सुणन वालियां कहानियां है, सच्चियां कहानियां नाल बीतियां होईयां, नैचुरल सच्चियां बिल्कुल ट्रू हिस्टरियां। तो जदों असीं गए फिर उत्थे रात का टाइम, हुण सूरज छिप चुका है, ऐन सारे ग्रह गुरु सारे सैट हो चुके हैं। तो असीं उस बेटे नूं जदों उत्थे गया कित्थे मत्था टेक भोलेनाथ दे मंदिर विच, तो उन्हें मत्था टेकिया, आपां खड़ा कर दिता उहनूं। मत्था टेकिया, मैं कहा खड़ा हो जा पुत्तर। वो खड़ा होया तो तुरया, 2 कदम तुरया, डिग पिया। बाबा जी ने कहा सी कि साधु रूप बन के ना वो एक थप्पड़ इक्को ही छड्डना है बस, पर संत रूप में मारना। कहते थोड़ा एक जन्म च शिष्य रहा। वो कहते बाबा जी कहने लगे, ये बेटा आ, एक जन्म में इन्हें भगती की आ अमरनाथ, तो एक जन्म च तुहाडा शिष्य रहा। कहते तो बाबा जी कहते हुण तुसीं इन्हां नूं तारना आ तो इहदा दुख दूर करो, और कहते इदा सैकंड च करना, 1 सैकंड च। तो कहते उस जन्म च याद लै जाए जिस जन्म च तुहाडा शिष्य रहा। कहते एक जन्म च तो गलती हुई सी, उहदे करके इहदियां लत्तां ठीक नहीं है। फिर कोई जो भी बाबा जी शब्द ताई उन्होंने इदा उचारण किया। आप खड़ा करके महादेव के मंदिर मुड़े, मैं कहा भोलेनाथ तुसीं इह च जान पाउणी, तुहाडा भगत आ। बाबा जी नूं याद किया, मैं कहा बाबा जी तुहाडा हुक्म आ, तो नहीं तो असीं अज तक किसी थप्पड़ मारिया नहीं, जे हुण लगे मारन तो तुसीं शक्ति दिओ, बल बख्शो। उस मुंडे दे आपां ना ਉਹਦੀ उसले एज सी कोई 18 ਜਾਂ 22 ਮਹੀਨੇ ਦਾ ਹੋਊਗਾ, ਤੁਰਦਾ ਹੀ ਨਹੀਂ ਸੁਣਦਾ। ਬਾਬੇ ਬਾਬਾ ਜੀ ਨਾਲ ਲੈ ਕੇ ਵੱਟ ਕੇ ਉਹਦੇ ਇੱਕੋ ਹੀ ਥੱਪੜ ਸਿੱਟਿਆ। ਫਿਰ ਉਹਨੇ ਮੱਥਾ ਨਹੀਂ ਟੇਕਿਆ, ਸਿੱਧੇ ਆਪਣੇ ਘਰ ਨੂੰ ਚਲਾ ਗਿਆ। ਉਹਨੂੰ ਗਲੀਆਂ 'ਚ ਪਤਾ ਸੀ ਰਾਤ ਨੂੰ ਹਨੇਰੇ 'ਚ ਘਰ ਪਹੁੰਚ ਗਿਆ ਆਪਣੇ। ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ। ਤੇ ਜਦੋਂ ਘਰ ਗਿਆ, घर जाके भी वो खड़ा नहीं सी होया, अपने बेड़े च गेड़े कढ़ी जाता तेज 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 तेज। फिर असीं उहनूं खुश होकर एक सैकल दिता इनाम से। तो वो बेटा कौन सीगा? खड़ा होकर दिखा दे लै भगता। जयकारा भोले जयकारा भोले शंकर जी दा। तो मुड़ के बाबा ने डिगन दिता ही, कोई टीका नहीं रवाया, कोई बीमारी नहीं, कोई दुख नहीं, कोई रोग नहीं। इदा क्षणा च भी ठीक कर देंगे बाबा जी, सैकड़ा दे विच। पर भगती की हुई हो ताइयों काम आऊगी, जां उन्हें भगती की जां माता पिता तपस्वी होण। दान पुण्य किता सहाई हुंदा जां माता पिता दा जां धीआं पुत्रां दा। जे तुसीं कहो उदे दा चमत्कार एवें नहीं हुंदे, तुहानूं आउणा पैना, भगती करनी पैनी। असीं इहदी मां नूं कहा कि तूं सेवा कर हुण डट के, किसी मुरे उच्चा ना बोली, नीवीं होकर नमाणी बन के सेवा कर, तेरा पुत्र ठीक हो जाएगा, तू उदास ना होई। तो कुछ दिन पहला डॉक्टर कहते थे पैसे जमा कराओ, ऑपरेशन होगा होगा होगा। जे डॉक्टरी लाइन च पै जाते तुहानूं लगदा नहीं ठीक हो जाना सी? उन्होंने गोडे पड़ छड़ने से, तो कहते सी आ जाओ फटाफट, कहते बस ठोक दईए मंजी तुहाडी। डॉक्टरों का पैसा चाहिए, उन्होंने एक्सपैरीमेंट करना बचदा। अच्छा जे इदां डॉक्टरी लाइन च सारे बचते होंदे तो डॉक्टर कदे मर जाते हैं? सब तो बड़ा डॉक्टर परमात्मा आ। सब तो बड़ा डॉक्टर सिविल सर्जन कौन आ? महादेव भोलेनाथ, जिन्होंने गणेश के सिर के उत्ते हाथी का सिर फिट कर दिता। तुसीं सारा हाथी किड्डा मोटा है ना, बंदा इन्ना क वो किद्दां ओहदा बॉडी क्वेश्चन किया होगा, उन्होंने सिर होर जानवर का लाता। देखो अज तक कोई डॉक्टर कर सकता? देखो गणेश जी के सिर के उत्ते लाया हाथी का सिर, तो एक राजा होर किहड़ा होया, राजा दक्ष जिहड़े होए उन्होंने सिर के उत्ते बकरे का सिर लाता। फर्क फुरक नहीं किया, कहते बकरा भी बंदा ही है तो हाथी भी बंदा ही है, बस जूना चेंज है, पूछ पाछ का फर्क नहीं रखते भोलेनाथ। इधर पूछ इधर की तो उधर की, जिन्हों मर्जी हो बंदा बना सकते, जिन्हों मर्जी बांदर बना सकते। इस करके भगवान पूछा पाछा च फर्क नहीं रखते, वो अपनी मर्जी करते। इस करके भोलेनाथ की भगती करनी तो सही करनी है। करा पाना हरि बाबा जी का।
ਉਸ ਤੋਂ ਬਾਅਦ ਫਿਰ ਉਹ ਲੜਕਾ ਅਮਰਨਾਥ ਯਾਤਰਾ ਗਿਆ ਆਪਣੇ ਪਿਤਾ ਨਾਲ, ਤੇ ਕੁਝ ਬਾਬਾ ਬਾਲਕ ਨਾਥ ਦੇ ਹੋਰ ਭਗਤ ਉਹਦੇ ਨਾਲ ਗਏ। ਸਾਰੀ ਬਾਟ ਉਹ ਪੈਦਲ ਪਹਿਲਗਾਮ ਦੇ ਮਾਰਗ ਰਾਹੀਂ ਗਿਆ, ਤੇ ਉਸ ਤੋਂ ਉਪਰੰਤ ਕਈ ਵਾਰ ਉਹ ਇੰਗਲੈਂਡ ਗਿਆ। ਤੇ ਅੱਜ ਕੋਈ ਉਹਨੂੰ ਦੁੱਖ ਨਹੀਂ, ਕੋਈ ਰੋਗ ਨਹੀਂ। ਪਰਮਾਤਮਾ ਦੀਆਂ ਦਿੱਤੀਆਂ ਸਾਰੀਆਂ ਦਾਤਾਂ ਆ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ। ਜੇ ਉਹ ਡਾਕਟਰਾਂ ਤੇ ਵਿਸ਼ਵਾਸ ਕਰਦੇ, ਉਹਦੀ ਪਰਿਵਾਰ ਜਾਂ ਉਹਦੀ ਫੈਮਿਲੀ, ਫਿਰ ਤੁਸੀਂ ਦੇਖ ਲਓ ਉਹਨਾਂ ਨੇ ਆਪੇ ਰੁਲ ਜਾਣਾ ਸੀ। ਉਹਨਾਂ ਨੇ ਬਾਬਾ ਬਾਲਕ ਨਾਥ ਜੀ ਤੇ ਵਿਸ਼ਵਾਸ ਕੀਤਾ। ਅੱਜ ਸਾਰਾ ਘਰ ਖੁਸ਼ੀਆਂ ਨਾਲ ਭਰਿਆ ਪਿਆ ਤੇ ਕਿਸੇ ਚੀਜ਼ ਦੀ ਕਮੀ ਨਹੀਂ। ਪੌਣਾ ਹਾਰੀ ਤੇ ਪੂਰਾ ਵਿਸ਼ਵਾਸ ਕਰਨਾ, ਜੇ ਬਾਬਾ ਜੀ ਨੂੰ ਮੰਨਦੇ ਆ ਤੇ ਬਾਬਾ ਬਾਲਕ ਨਾਥ ਜੀ ਤੇ ਵਿਸ਼ਵਾਸ ਕਰਨਾ, ਜਿੱਦਾਂ ਉਸ ਪਰਿਵਾਰ ਨੇ ਬਾਬਾ ਜੀ ਤੇ ਵਿਸ਼ਵਾਸ ਕੀਤਾ। ਕਈ ਸਾਧੂਆਂ ਨੇ ਬਾਬਾ ਜੀ ਲੈਂਦਿਆਂ ਨੇ, ਜਿਹੜੇ ਬਾਬਾ ਬਾਲਕ ਨਾਥ ਦੀਆਂ ਫੋਟੋਆਂ ਰੱਖ ਕੇ ਬੈਠੇ ਹੋਏ ਆ, ਉਹਨਾਂ ਨੇ ਕਈ ਉਹਨਾਂ ਤੋਂ ਪੈਸੇ ਲਏ। ਪੌਣਾ ਹਾਰੀ ਇੱਦਾਂ ਮਨ ਵਸ ਕੇ ਆ ਕੇ ਤਾਰਦੇ ਆ। ਤੁਸੀਂ ਵੀ ਬਾਬਾ ਬਾਲਕ ਨਾਥ ਤੇ ਵਿਸ਼ਵਾਸ ਕਰਨਾ, ਕਿਸੇ ਵੀ ਤਰ੍ਹਾਂ ਦੀ ਮਨ ਵਿੱਚ ਸ਼ੰਕਾ ਨਹੀਂ ਲਿਆਉਣੀ। ਬੋਲ ਸੱਚੇ ਦਰਬਾਰ ਕੀ ਜੈ। ਕਾਰਾ ਪੌਣਾ ਹਾਰੀ ਬਾਬਾ ਜੀ ਦਾ।